ਸਰ ਸਾਹਿਬ ਅੱਜ ਕੀ ਉਪਰਾਲਾ ਕਰ ਰਹੇ ਹੋ ਕਿ ਖੇਤੀਬਾੜੀ ਦੇ ਨਾਲ ਕੁਝ ਬਦਲ ਤਿਆਰ ਕੀਤਾ ਜਾਵੇ ਕਿ ਸਬਜ਼ੀ ਤੋਂ ਲੈ ਕੇ ਹਰ ਫਸਲ ਜਿਹੜੀ ਆ ਉਹਦੇ ਵਿੱਚ ਇੰਨੇ ਕੈਮੀਕਲ ਪਾਏ ਜਾ ਰਹੇ ਨੇ ਕਿ ਉਹ ਇੱਕ ਕਿਸਮ ਦਾ ਅਸੀਂ ਲੋਕਾਂ ਨੂੰ ਜ਼ਹਿਰ ਹੀ ਸਾਡੇ ਬੱਚੇ ਹੋ ਗਏ ਜਾਂ ਕੁਛ ਤਾਂ ਨਸ਼ੇੜੀ ਬਣਦੇ ਜਾ ਰਹੇ ਨੇ, ਕੁਛ ਅਸੀਂ ਆਪ ਬਣਾ ਰਹੇ ਹਾਂ ਉਹਨਾਂ ਨੂੰ ਕੈਮੀਕਲ ਖਵਾ ਕੇ। ਇਹ ਇੱਕ ਛੋਟਾ ਮਾਡਲ ਤਿਆਰ ਕਰਕੇ ਉਹ ਮਾਡਲ ਪਹਿਲਾਂ ਅਸੀਂ ਪਿੰਡਾਂ 'ਚ ਲਾਂਚ ਕਰਾਂਗੇ, ਪਿੰਡ ਤੋਂ ਲੈ ਕੇ ਜਾਵਾਂਗੇ ਬਲਾਕ ਦੇ ਵਿੱਚ, ਬਲਾਕ ਤੋਂ ਡਿਸਟ੍ਰਿਕਟ ਲੈਵਲ ਤੇ, ਫਿਰ ਆਲ ਡਿਸਟ੍ਰਿਕਟ ਆਫ ਪੰਜਾਬ। ਕਿਸਾਨ ਨੇ ਆਲੂ ਉਗਾ ਲਏ ਆ, ਆਲੂ ਤਾਂ ਉਹਨੂੰ 4 ਜਾਂ 5 ਰੁਪਏ ਕਿਲੋ ਦਾ ਮੁੱਲ ਮਿਲ ਗਿਆ। ਜਦੋਂ ਉਹਦੇ ਘਰੇ ਆਲੂ ਖਤਮ ਹੋਣਾ ਉਹ ਮਾਰਕੀਟ 'ਚ ਲੈਣ ਜਾਏਗਾ ਤਾਂ ਉਹਨੂੰ 15 ਰੁਪਏ ਕਿਲੋ ਮਿਲਣਾ। और देयर इज़ ह्यूज गैप है ना, 10 रुपीज़ का गैप है। प्रोडक्शन कॉस्ट तो वो मिलती है 5 रुपये, वो जो अल्टीमेट सेल कर रहे हैं वो लै रहे 15 रुपये किलो के। असी यही चीज़ में गैप में कवर करते हुए फार्मर की प्रोड्यूसर डायरैक्ट कंज्यूमर को लैके जानी है। ਪੈਪਸੀ ਨੇ ਆਲੂਆਂ ਦੀ ਕਿਹਾ ਸੀ ਵੀ ਆਲੂ ਪ੍ਰੋਡਕਟ ਕਰੋ ਵੀ ਅਸੀਂ ਵੱਧ ਤੋਂ ਵੱਧ ਖਰੀਦਾਂਗੇ। ਬਾਅਦ 'ਚ ਇੱਕ ਦੌਰ ਇਦਾਂ ਦਾ ਵੀ ਆ ਜਾਂਦਾ ਕਿ ਜਦੋਂ ਉਹਦੀ ਪ੍ਰੋਡਕਸ਼ਨ ਬਹੁਤ ਵੱਧ ਜਾਂਦੀ ਹੈ ਤੇ ਫਿਰ ਉਸ ਤੋਂ ਇਹ ਦੌਰ ਸ਼ੁਰੂ ਹੁੰਦਾ ਕਿ ਫਿਰ ਆਪਣੀ ਮਨਮਰਜ਼ੀਆਂ ਸ਼ੁਰੂ ਹੋ ਜਾਂਦੀਆਂ। ਵੀ ਆਰ ਨਾਟ ਟਾਕਿੰਗ ਫਾਰ ਅ ਸਿੰਗਲ ਕਰੌਪ। ਅਸੀਂ ਕੀ ਕਰ ਰਹੇ ਹਾਂ, ਅਸੀਂ ਕਰੌਪ ਜਿਹੜੀ ਵੰਡ ਕੇ ਦੇਵਾਂਗੇ ਫਾਰਮਰ। ਜਿਹੜੀਆਂ ਕੰਜ਼ਿਊਮਰ ਯੂਜ਼ ਦੇ ਵਿੱਚ ਪੰਜਾਬ 'ਚ ਪ੍ਰੋਡਕਸ਼ਨ ਹੋਏਗੀ ਉਹ ਪੰਜਾਬ 'ਚ ਐਸ ਪਰ ਕਲਾਈਮੇਟਿਕ ਕੰਡੀਸ਼ਨ ਉਹ ਕ੍ਰੌਪਸ ਲਵਾਂਗੇ, ਵੈਜੀਟੇਬਲ ਵੀ ਲਵਾਂਗੇ, ਜਿਹੜੇ ਫਰੂਟਸ ਵਾਲੇ ਹੈਗੇ ਉਹ ਵੀ ਅਡਾਪਟ ਕਰ ਲਾਂਗੇ ਫਾਰਮਰ ਵਿੱਚ, ਜਿਹੜੇ ਦੂਸਰੇ ਹੈਗੇ ਆ ਪਲਸਸ ਵਾਲੇ, ਸੀਰੀਅਲ ਵਾਲੇ, ਇਹ ਸਾਰੇ ਲਵਾਂਗੇ। ਸਿੱਧੂ ਸਾਹਿਬ ਇਹਦੇ ਵਿੱਚ ਕਿਤੇ ਨਾ ਕਿਤੇ ਉਹੀ ਗੱਲ ਆ ਗਈ ਨਾ, ਸਵਾਲ ਉਹ ਪੈਦਾ ਹੋਣਾ ਕਿ ਅਸੀਂ ਇੱਕ ਪਾਸੇ ਸਰਕਾਰੀ ਮੰਡੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ, ਦੂਜੇ ਪਾਸੇ ਆਪ ਕਹਿ ਰਹੇ ਹਾਂ ਕਿ ਹੁਣ ਪ੍ਰਾਈਵੇਟ ਕੰਜ਼ਿਊਮਰ ਵਾਲੇ ਪਾਸੇ ਜਾਂ ਪ੍ਰਾਈਵੇਟ ਕਰਨ ਨਿੱਜੀਕਰਨ ਵਾਲੇ ਪਾਸੇ ਅਸੀਂ ਵਧੀਏ, ਤਾਂ ਇਹ ਉਹੀ ਚੀਜ਼ ਦਾ ਇੱਕ ਉਦਾਹਰਨ। ਨਹੀਂ ਉਹ ਨਹੀਂ ਹੈ। ਤੁਸੀਂ ਨਿੱਜੀ ਤੌਰ ਤੇ ਕੋਸ਼ਿਸ਼ ਕਰ ਰਹੇ ਹੋ ਕਿ ਸਰਕਾਰ ਦੇ ਨੁਮਾਇੰਦੇ ਤੱਕ ਕਦੇ ਇੱਦਾਂ ਦਾ ਪ੍ਰੋਜੈਕਟ ਲੈ ਕੇ ਜਾਣ ਦੀ ਜਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਹੋਈ? ਸਰਕਾਰਾਂ ਨੇ ਕੋਸ਼ਿਸ਼ਾਂ ਕਰਕੇ ਹਟ ਗਏ ਆ, ਉਹ ਥੋਪਣਾ ਚਾਹੁੰਦੇ ਸੀਗੇ ਕਾਰਪੋਰੇਟ ਹਾਊਸ। ਮੈਂ ਚਾਹ ਰਿਹਾ ਕਿ ਅਸੀਂ ਫਾਰਮਰ ਦਾ ਆਪਣਾ ਇੱਕ ਢਾਂਚਾ, ਆਪਣਾ ਕਾਰਪੋਰੇਟ ਹਾਊਸ ਫਾਰਮਰ ਦਾ ਆਪ ਤਿਆਰ ਕੀਤਾ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਖੇਤੀ ਲਾਹੇ ਦਾ ਧੰਦਾ ਸੀ ਕਦੇ, ਪਰ ਅੱਜ ਲਗਾਤਾਰ ਇਹ ਸਵਾਲ ਤੇ ਕਿੰਤੂ ਪ੍ਰੰਤੂ ਉੱਠ ਰਹੇ ਨੇ ਕਿ ਖੇਤੀ ਕਿਤੇ ਨਾ ਕਿਤੇ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ ਤੇ ਨੌਜਵਾਨ ਪੀੜ੍ਹੀ ਵੀ ਜਿਹੜੀ ਹੈ ਆਉਣ ਵਾਲੇ ਜਿਹੜੀ ਕਿਸਾਨਾਂ ਦੀ ਉਹ ਵੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਬਜਾਏ ਕਿ ਖੇਤੀ ਕਰੇ। ਬਹੁਤ ਘੱਟ ਗਿਣਤੀ ਦੇ ਵਿੱਚ ਨੌਜਵਾਨ ਅਜਿਹੇ ਨੇ ਜਿਹੜੇ ਖੇਤੀ ਨੂੰ ਕਰਨ ਦੇ ਲਈ ਇਸ ਵੇਲੇ ਆਪਣਾ ਰੁਝਾਨ ਦਿਖਾ ਰਹੇ ਨੇ। ਬਲਦੇਵ ਸਿੰਘ ਸਿਰਸਾ ਸਾਡੇ ਨਾਲ ਨੇ, ਇੱਕ ਬੜਾ ਵੱਖਰੇ ਤਰੀਕੇ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਮਝਾਂਗੇ ਕਿ ਉਪਰਾਲਾ ਕੀ ਹੈਗਾ। ਸਿਰਸਾ ਸਾਹਿਬ ਅੱਜ ਕੀ ਉਪਰਾਲਾ ਕਰ ਰਹੇ ਹੋ ਕਿ ਖੇਤੀਬਾੜੀ ਦੇ ਨਾਲ ਕੁਝ ਬਦਲ ਤਿਆਰ ਕੀਤਾ ਜਾਵੇ? ਬਿਲਕੁਲ, ਸਾਡੀ ਸੰਸਥਾ ਵੱਲੋਂ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸੋਚਦੇ ਹਾਂ ਕਿ ਜਿਹੜੀ ਸਾਡੀ ਇਸ ਟਾਈਮ ਦੇ ਉੱਤੇ ਕਿਸਾਨੀ ਤਬਾਹ ਹੋ ਰਹੀ ਹੈ ਔਰ ਹਰ ਆਦਮੀ ਜਿਹੜਾ ਹੈ ਕਿ ਸਬਜ਼ੀ ਤੋਂ ਲੈ ਕੇ ਹਰ ਫਸਲ ਜਿਹੜੀ ਆ ਉਹਦੇ ਵਿੱਚ ਇੰਨੇ ਕੁ ਕੈਮੀਕਲ ਪਾਏ ਜਾ ਰਹੇ ਨੇ ਕਿ ਉਹ ਇੱਕ ਕਿਸਮ ਦਾ ਅਸੀਂ ਲੋਕਾਂ ਨੂੰ ਜ਼ਹਿਰ ਹੀ ਦੇ ਰਹੇ ਔਰ ਇਹੀ ਕਾਰਨ ਹੈ ਕਿ ਅੱਜ ਹਸਪਤਾਲਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਤੇ ਸਾਡੇ ਜਿਹੜੇ ਬੱਚੇ ਨੇ ਇੱਥੋਂ ਦੀਆਂ ਜਿਹੜੀਆਂ ਨੇ ਫਿਰ ਜਿਹੜੀ ਪੈਦਾਵਾਰ ਤੇ ਲਾਗਤ ਖਰਚਾ ਜਿਹੜਾ ਬਹੁਤ ਜ਼ਿਆਦਾ ਆ ਰਿਹਾ ਤੇ ਉਹਦੀ ਜਿਹੜੀ ਵਟਕ ਹੈ ਕੋਈ ਉਹ ਹੋ ਨਹੀਂ ਰਹੀ। ਇਸੇ ਕਰਕੇ ਹੀ ਜਿਹੜਾ ਇਹ ਉਹ MSP ਦੀ ਜਿਹੜੀ ਆ ਅਸੀਂ ਲੜਾਈ ਜਿਹੜੀ ਸੀ ਉਹ ਲੜੀ, ਜਿਹੜੀ ਸਰਕਾਰ ਅਜੇ ਤੱਕ ਨਹੀਂ ਬਣੀ। ਫਿਰ ਅਸੀਂ ਇਹਦਾ ਬਦਲ ਸੋਚ ਕੇ ਡਾਕਟਰ VK ਸੈਣੀ ਸਾਹਿਬ ਨੇ ਜਿਹੜੀ ਕਿ ਇਹ ਆਪਣੀ ਜਿਹੜੀ ਇਹਨਾਂ ਦੀ ਇੱਕ ਵਿਚਾਰ ਹੈ ਜੋ ਇਹ ਸੋਚ ਲੈ ਕੇ ਮੇਰੇ ਕੋਲ ਆਏ ਤੇ ਅਸੀਂ ਫਿਰ ਆਪਣੀ ਸੰਸਥਾ ਦੇ ਵਿੱਚ ਸਾਰਿਆਂ ਨੇ ਮੀਟਿੰਗ ਕਰਕੇ ਵਿਚਾਰ ਕਰਕੇ ਜੋ ਇਹਨਾਂ ਦੀ ਗੱਲ ਨੂੰ ਸੁਣ ਕੇ ਤੇ ਫਿਰ ਅਸੀਂ ਅੱਗੇ ਇਹਨਾਂ ਦੇ ਨੂੰ ਕਿਹਾ ਵੀ ਇਹਨਾਂ ਨੂੰ ਅਸੀਂ ਹੁਣ ਤੁਸੀਂ ਇਹ ਵੇਖੋ ਜਿਹੜਾ ਇੱਕ ਤੇ ਅਸੀਂ ਇਹਨਾਂ ਨੂੰ ਪਠਾਨਕੋਟ ਜ਼ਿਲ੍ਹੇ ਦਾ ਜਿਹੜਾ ਅਸੀਂ ਆਪਣੀ ਸੰਸਥਾ ਵੱਲੋਂ ਪ੍ਰਧਾਨ ਬਣਾਇਆ, ਦੂਸਰਾ ਇਹਨਾਂ ਨੂੰ ਨੈਸ਼ਨਲ ਕੋਆਰਡੀਨੇਟਰ ਆਪਣੀ ਸੰਸਥਾ ਬਣਾ ਕੇ ਤੇ ਅੱਗੇ ਅਸੀਂ ਜਿਹੜਾ ਕਿਸਾਨੀ ਨੂੰ ਬਚਾਉਣ ਵਾਸਤੇ ਤੇ ਇਹ ਕਿਸ ਤਰੀਕੇ ਨਾਲ ਕੰਮ ਕਰਨਾ ਉਹਦੀ ਗੱਲ ਸੈਣੀ ਸਾਹਿਬ ਆ। ਸਰ ਕੀ ਨਾਮ ਤੁਹਾਡਾ ਜੀ? ਡਾਕਟਰ VK ਸੈਣੀ। ਡਾਕਟਰ ਸਾਹਿਬ ਕੀ ਉਪਰਾਲਾ ਹੈਗਾ ਤੁਹਾਡੇ ਵੱਲੋਂ, ਕੀ ਕੋਸ਼ਿਸ਼ ਕਰ ਰਹੇ ਹੋ ਕਿ ਕਿਸਾਨੀ ਦੇ ਵਿੱਚ ਇੱਕ ਬਦਲ ਪੈਦਾ ਕੀਤਾ ਜਾਵੇ? ਅਸੀਂ ਇਹ ਦੇਖਿਆ ਵੀ ਜਿਵੇਂ ਹੁਣ ਕਿਸਾਨੀ ਦੇ ਵਿੱਚ ਤਕਰੀਬਨ ਬੁਰਾ ਹੀ ਹਾਲ ਹੋ ਰਿਹਾ। ਜੋ ਅਸੀਂ ਲੜਾਈਆਂ MSP ਦੀਆਂ ਜਾਂ ਦੂਸਰੀਆਂ ਲੜ ਰਹੇ ਹਾਂ ਉਹ ਲੜਦੇ ਰਵਾਂਗੇ। ਨਾਲ ਦੀ ਨਾਲ ਅਸੀਂ ਇਹ ਸੋਚਿਆ ਵੀ ਜਿਵੇਂ ਸਾਡੇ ਬੱਚੇ ਹੋ ਗਏ ਜਾਂ ਕੁਛ ਤਾਂ ਨਸ਼ੇੜੀ ਬਣਦੇ ਜਾ ਰਹੇ ਨੇ, ਕੁਛ ਅਸੀਂ ਆਪ ਬਣਾ ਰਹੇ ਹਾਂ ਉਹਨਾਂ ਨੂੰ ਕੈਮੀਕਲ ਖਵਾ ਕੇ, ਔਰ ਕੁਛਾਂ ਦੀ ਸੋਚ ਇਹ ਬਣ ਗਈ ਹੈ ਕਿ ਅਸੀਂ ਹੁਣ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਦਾ ਰੁਖ ਕਰ ਲਈਏ। ਇਹਦੇ ਵਿੱਚ ਅਸੀਂ ਇਹ ਸੋਚਿਆ ਹੈਗਾ ਵੀ ਇੱਕ ਛੋਟਾ ਮਾਡਲ ਤਿਆਰ ਕਰਕੇ
ਉਹ ਮਾਡਲ ਪਹਿਲਾਂ ਅਸੀਂ ਪਿੰਡਾਂ 'ਚ ਲਾਂਚ ਕਰਾਂਗੇ, ਪਿੰਡ ਤੋਂ ਲੈ ਕੇ ਜਾਵਾਂਗੇ ਬਲਾਕ ਦੇ ਵਿੱਚ, ਬਲਾਕ ਤੋਂ ਡਿਸਟ੍ਰਿਕਟ ਲੈਵਲ ਤੇ, ਫਿਰ ਆਲ ਡਿਸਟ੍ਰਿਕਟ ਆਫ ਪੰਜਾਬ ਐਂਡ ਆਲ ਡਿਸਟ੍ਰਿਕਟ ਪੰਜਾਬ 'ਚ ਕਰਕੇ ਅਸੀਂ ਫਿਰ ਪੂਰਾ ਨੈਸ਼ਨਲ ਲੈਵਲ ਤੇ ਹਰ ਸਟੇਟ ਦੇ ਵਿੱਚ ਆਪਣਾ ਪ੍ਰੋਜੈਕਟ ਲਾਗੂ ਕਰਾਂਗੇ। ਮਾਡਲ ਹੈ ਕੀ ਇਹ? ਮਾਡਲ ਇਹ ਹੈਗਾ ਫਾਰਮ ਟੂ ਟੇਬਲ। ਫਾਰਮ ਟੂ ਟੇਬਲ ਆ ਵੀ ਅਸੀਂ ਕੁਝ ਗਰੁੱਪ ਆਫ ਫਾਰਮਰਸ ਬਣਾਵਾਂਗੇ, ਉਹਦੇ ਵਿੱਚ ਜਿਹੜੀ ਪ੍ਰੋਡਿਊਸ ਆਏਗੀ ਉਹ ਪ੍ਰੋਡਿਊਸ ਅਸੀਂ ਜਥੇਬੰਦੀ ਆਪ ਇਕੱਠੀ ਕਰਕੇ ਕੰਜ਼ਿਊਮਰ ਕੋਲ ਆਪ ਪਹੁੰਚਾਵਾਂਗੇ। ਅਸੀਂ ਉਹਦਾ ਜੋ ਵੀ ਬੈਨੀਫਿਟ ਆਏਗਾ, ਜੋ ਇੱਕ ਮਾਰਕੀਟ ਪ੍ਰਾਈਸ ਹੈ ਉਹ ਫਾਰਮਰ ਨਾਲ ਪਹਿਲਾਂ ਹੀ ਸਾਡੇ ਕੋਲ ਬੈਕ ਐਂਡ ਵੀ ਇੱਕ ਰੱਖਿਆ ਹੋਇਆ ਵੀ ਜਿਹੜੀ ਫਾਰਮਰ ਨੇ ਉਹ ਆਪਣੀ ਫਸਲ ਜਿਵੇਂ ਕਹਿੰਦੇ ਵੀ ਮੈਂ ਮੰਡੀ ਸੁੱਟ ਆਇਆ, ਉਹਨੂੰ ਕਹੇ ਜੇ ਸੁੱਟ ਨਹੀਂ ਹੈਗੀ ਤੇ ਮਿੱਤਰਾ ਸਾਡੇ ਕੋਲ ਸੁੱਟ ਦੀ, ਅਸੀਂ ਚੱਕ ਲਾਂਗੇ ਉਹਨੂੰ। ਉਹ ਫਸਲ ਦਾ ਇੱਕ ਬੈਕ ਐਂਡ ਤਿਆਰ ਕਰ ਲਿਆ ਅਸੀਂ। ਉਹਦੇ ਨਾਲ ਨਾਲ ਅਸੀਂ ਜਿਹੜਾ ਮੇਨ ਉਪਰਾਲਾ ਹੈਗਾ ਵੀ ਅਸੀਂ ਉਸੇ ਦੀ ਫਸਲ, ਜਿਵੇਂ ਕਿਸਾਨ ਨੇ ਆਲੂ ਉਗਾ ਲਏ ਹੈ, ਆਲੂ ਤਾਂ ਉਹਨੂੰ 4 ਜਾਂ 5 ਰੁਪਏ ਕਿਲੋ ਦਾ ਮੁੱਲ ਮਿਲ ਗਿਆ, ਜਦੋਂ ਉਹਦੇ ਘਰੇ ਆਲੂ ਖਤਮ ਹੋਣਾ ਉਹ ਮਾਰਕੀਟ 'ਚ ਲੈਣ ਜਾਏਗਾ ਤਾਂ ਉਹਨੂੰ 15 ਰੁਪਏ ਕਿਲੋ ਮਿਲਣਾ। ਔਰ ਦੇਰ ਇਜ਼ ਹਿਊਜ ਗੈਪ ਹੈ ਨਾ, 10 ਰੁਪੀਜ਼ ਦਾ ਗੈਪ ਹੈ। ਪ੍ਰੋਡਕਸ਼ਨ ਕਾਸਟ ਤਾਂ ਉਹ ਤਾਂ ਉਹਨੂੰ ਮਿਲਦੀ ਹੈ 5 ਰੁਪਏ, ਉਹ ਜਿਹੜਾ ਅਲਟੀਮੇਟ ਸੇਲ ਕਰ ਰਿਹਾ ਉਹ ਲੈ ਰਿਹਾ 15 ਰੁਪਏ ਕਿਲੋ ਦੇ। ਅਸੀਂ ਇਹ ਚੀਜ਼ ਨੂੰ ਗੈਪ ਨੂੰ ਕਵਰ ਕਰਦੇ ਹੋਏ ਫਾਰਮਰ ਦੀ ਪ੍ਰੋਡਿਊਸਰ ਡਾਇਰੈਕਟ ਕੰਜ਼ਿਊਮਰ ਕੋਲ ਲੈ ਕੇ ਜਾਣੀ ਹੈ। ਕੰਜ਼ਿਊਮਰ ਦਾ ਜਿਹੜਾ ਵੀ ਅਸੀਂ ਆਪਣੇ ਸਾਰੇ ਖਰਚੇ ਕੱਢ ਕੇ, ਚਾਹੇ ਜਥੇਬੰਦੀ ਦੇ ਖਰਚੇ ਆ ਦੂਸਰੇ ਕੱਢ ਕੇ, ਜਿਹੜਾ ਐਕਸਟਰਾ ਪੈਸਾ ਬਚਦਾ ਉਹ ਅਸੀਂ ਫਾਰਮਰ ਨੂੰ ਬੋਨਸ ਦੇ ਰੂਪ 'ਚ ਜਾਏ। ਇਹਦਾ ਖਰੜਾ ਤਿਆਰ ਕਰ ਲਿਆ ਕਿਸ ਤਰੀਕੇ ਨਾਲ? ਕਿਉਂਕਿ ਜਦੋਂ ਅਸੀਂ ਇਦਾਂ ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਪਿੱਛੇ ਜੇ ਅਸੀਂ ਜਦੋਂ ਇਤਿਹਾਸ ਘੋਖਣ ਦੀ ਕੋਸ਼ਿਸ਼ ਕਰਦੇ ਹਾਂ, ਪੈਪਸੀ ਨੇ ਆਲੂਆਂ ਦੀ ਕਿਹਾ ਸੀ ਵੀ ਆਲੂ ਪ੍ਰੋਡਕਟ ਕਰੋ ਵੀ ਅਸੀਂ ਵੱਧ ਤੋਂ ਵੱਧ ਖਰੀਦਾਂਗੇ। ਬਾਅਦ 'ਚ ਇੱਕ ਦੌਰ ਇਦਾਂ ਦਾ ਵੀ ਆ ਜਾਂਦਾ ਕਿ ਜਦੋਂ ਉਹਦੀ ਪ੍ਰੋਡਕਸ਼ਨ ਬਹੁਤ ਵੱਧ ਜਾਂਦੀ ਹੈ ਤਾਂ ਫਿਰ ਉਸ ਤੋਂ ਇਹ ਦੌਰ ਸ਼ੁਰੂ ਹੁੰਦਾ ਕਿ ਫਿਰ ਆਪਣੀ ਮਨਮਰਜ਼ੀਆਂ ਸ਼ੁਰੂ ਹੋ ਜਾਂਦੀਆਂ। ਇਹ ਬੜੀ ਚਿੰਤਾ ਦੀ ਗੱਲ ਹੈ ਇਸ ਪੂਰੇ ਸਿਨੈਰੀਓ ਦੇ ਵਿੱਚ। ਇਹ ਜਦੋਂ ਵੀ ਅਸੀਂ ਕਿਸੇ ਇੱਕ ਕ੍ਰੌਪ ਨੂੰ ਲੈ ਕੇ ਚੱਲਦੇ ਹਾਂ, ਜਿਵੇਂ ਗੁਰਦਾਸਪੁਰ ਦੇ ਵਿੱਚ ਗੰਨੇ ਦੇ ਪਿੱਛੇ ਸਾਰੇ ਫਾਰਮਰ ਪੈ ਗਏ, ਉਹ ਜਿਹੜੀ ਮਿਲ ਸੀਗੀ, ਜਿਹੜੀ ਕੈਪੈਸਿਟੀ ਆ ਪ੍ਰੋਡਕਸ਼ਨ, ਉਸ ਤੋਂ ਜ਼ਿਆਦਾ ਨੈਚੁਰਲੀ ਇਹ ਚੀਜ਼ਾਂ ਆਣਗੀਆਂ। ਵੀ ਆਰ ਨਾਟ ਟਾਕਿੰਗ ਫਾਰ ਏ ਸਿੰਗਲ ਕ੍ਰੌਪ। ਅਸੀਂ ਕੀ ਕਰ ਰਹੇ ਹਾਂ, ਅਸੀਂ ਕ੍ਰੌਪ ਜਿਹੜੀ ਆ ਵੰਡ ਕੇ ਦੇਵਾਂਗੇ ਫਾਰਮਰ। ਕਿਹੜੀ ਫਸਲ ਦਾ ਤੁਸੀਂ ਸ਼ੁਰੂਆਤੀ ਰੁਝਾਨ ਦੇ ਵਿੱਚ ਜ਼ਿਕਰ ਅਸੀਂ ਜਿਹੜੀਆਂ ਕੰਜ਼ਿਊਮਰ ਯੂਜ਼ ਦੇ ਵਿੱਚ ਪੰਜਾਬ 'ਚ ਪ੍ਰੋਡਕਸ਼ਨ ਹੋਏਗੀ, ਉਹ ਪੰਜਾਬ 'ਚ ਐਜ਼ ਪਰ ਕਲਾਈਮੈਟਿਕ ਕੰਡੀਸ਼ਨ ਉਹ ਕ੍ਰੌਪਸ ਲਵਾਂਗੇ। ਵੈਜੀਟੇਬਲ ਵੀ ਲਵਾਂਗੇ, ਜਿਹੜੇ ਫਰੂਟਸ ਵਾਲੇ ਹੈਗੇ ਉਹ ਵੀ ਅਡਾਪਟ ਕਰ ਲਾਂਗੇ ਫਾਰਮਰ ਵਿੱਚ। ਜਿਹੜੇ ਦੂਸਰੇ ਹੈਗੇ ਆ ਪਲਸਸ ਵਾਲੇ, ਸੀਰੀਅਲ ਵਾਲੇ, ਇਹ ਸਾਰੇ ਲਵਾਂਗੇ। ਹੋ ਸਕਦਾ ਜਿਵੇਂ ਅੱਜ ਕੱਲ੍ਹ ਮਿਲਟਸ ਵਗੈਰਾ ਦਾ ਕਾਫੀ ਹਾਈ ਪ੍ਰਾਈਸ ਮਿਲ ਰਿਹਾ, ਕੁਝ ਫਾਰਮਰ ਨੂੰ ਕਹੀਏ ਵੀ ਤੁਸੀਂ ਰਾਗੀ ਉਗਾ ਲਓ, ਦੂਸਰੇ ਮਿਲਟਸ ਉਗਾ ਲਓ। ਇਹ ਜਿਹੜੀਆਂ ਕ੍ਰੌਪਸ ਹੈ ਮਲਟੀਪਰਪਸ ਕ੍ਰੌਪਸ, ਜਿਹੜੀ ਰਿਕੁਆਇਰਮੈਂਟ ਆਫ ਏ ਫੈਮਿਲੀ ਅਕੋਰਡਿੰਗ ਟੂ ਦੈਟ ਨੀਡ, ਜਿੰਨੀਆਂ ਇੱਥੋਂ ਹੋ ਸਕੀਆਂ ਇੱਥੋਂ ਪੂਰੀਆਂ ਕਰਾਂਗੇ। ਜਿਹੜੀਆਂ ਕ੍ਰੌਪਸ ਜਾਂ ਫਰੂਟ ਸਾਡੇ ਕੋਲ ਨਹੀਂ ਪੂਰੀਆਂ ਹੋਣਗੀਆਂ ਉਹ ਦੂਸਰੇ ਸਟੇਟ 'ਚੋਂ ਅਸੀਂ ਪੂਰੀਆਂ ਕਰਕੇ ਅਸੀਂ ਕੰਜ਼ਿਊਮਰ ਤੱਕ ਕੰਪਲੀਟ ਪੈਕੇਜ ਲੈ ਕੇ ਜਾਵਾਂਗੇ। ਇਹ ਨਾ ਹੋਏ ਕਿ ਅਸੀਂ ਜਾ ਕੇ ਲੈ ਕੇ ਜਾਈਏ ਵੀ ਚਾਵਲ ਸਾਡੇ ਕੋਲ ਚਾਵਲ ਹੀ ਹੈ ਜੀ, ਹੋਰ ਕੁਝ ਹੈ ਨਹੀਂ। ਇਸ ਪੂਰੇ ਦੇ ਦੌਰਾਨ ਇਹ ਵੀ ਚੀਜ਼ ਸਮਝਣ ਵਾਲੀ ਹੈ ਕਿ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ, ਕਿਸਾਨਾਂ ਨੂੰ ਅਦਾਇਗੀ ਪਹਿਲਾਂ ਹੋ ਜਾਇਆ ਕਰੇਗੀ ਜਾਂ ਉਹ ਅਦਾਇਗੀ ਦੇ ਵਿੱਚ ਇਹ ਰੱਖਿਆ ਜਾਊਗਾ ਵੀ ਜਦੋਂ ਫਸਲ ਵਿਕ ਗਈ ਉਸ ਤੋਂ ਬਾਅਦ ਅਦਾਇਗੀ ਕਰਾਂਗੇ? ਦੇਖੋ ਜੀ, ਫਸਲ ਦੇ ਵਿੱਚ ਅਸੀਂ ਇਹ ਸੋਚਿਆ ਹੈਗਾ, ਜਿਵੇਂ ਉਹ ਤੁਹਾਨੂੰ ਪਹਿਲਾਂ ਦੱਸਿਆ ਵੀ ਮਾਰਕੀਟ 'ਚ ਕਹਿੰਦਾ ਮੈਂ ਸੁੱਟ ਕੇ ਆ ਗਿਆ, ਅਸੀਂ ਹੁਣ ਮਾਰਕੀਟ ਕਰਨੀ ਹੈ। ਅਸੀਂ ਉਹ ਜਦੋਂ ਸੁੱਟਣ ਜਾਂਦਾ ਉਦੋਂ ਪੈਸੇ ਜਿਸ ਹਿਸਾਬ ਨਾਲ ਮਿਲਦੇ ਹੈਗੇ ਆ ਅਕੋਰਡਿੰਗਲੀ ਅਸੀਂ ਸਪੌਟ ਤੇ ਉਹਨੂੰ ਪੈਸੇ ਦੇ ਦੇਵਾਂਗੇ। ਅਸੀਂ ਮਾਡਲ ਬਹੁਤ ਵੱਡਾ ਨਹੀਂ ਲੈ ਕੇ ਚੱਲੇ, ਛੋਟੇ ਮਾਡਲ ਨੂੰ ਕਾਮਯਾਬ ਕਰਕੇ ਫਿਰ ਉਹਨੂੰ ਸਪਲਿਟ ਕਰਾਂਗੇ, ਆਟੋਮੈਟਿਕਲੀ ਇਹ ਵੱਡਾ ਮਾਡਲ ਬਣ ਜਾਏਗਾ। ਜਾਣੀ ਕਿ ਪਹਿਲਾਂ ਜੇ ਕੋਈ ਫਸਲ ਉਹਦੀ 5 ਰੁਪਏ ਵਿਕ ਰਹੀ ਹੈ, ਉਹਨੂੰ 5 ਰੁਪਏ ਉਸ ਵੇਲੇ ਮੌਕੇ ਤੇ ਦੇ ਦਿੱਤੇ, ਬਾਅਦ ਵਿੱਚ ਜਿਹੜਾ ਮੁਨਾਫਾ ਹੈ ਉਹਦੇ ਵਿੱਚ ਵੀ ਹਿੱਸਾ ਦਿੱਤਾ ਜਾਊਗਾ। ਉਹਦੇ ਵਿੱਚ ਉਹਨੂੰ ਬੋਨਸ ਦਿੱਤਾ ਜਾਏਗਾ। ਜੋ ਵੀ ਬੋਨਸ ਬਣੇਗਾ, ਚਾਹੇ ਉਹ 2 ਰੁਪਏ ਬਣੇ, 1 ਰੁਪਿਆ ਬਣੇ, 50 ਪੈਸੇ ਬਣੇ, ਉਹ ਫਾਰਮਰ ਨੂੰ ਬੈਕ ਐਂਡ ਤੇ ਜਾਏਗਾ ਦੁਬਾਰਾ ਵਾਪਸ। ਜੀ ਸਿੱਧੂ ਸਾਹਿਬ, ਇਹਦੇ ਵਿੱਚ ਕਿਤੇ ਨਾ ਕਿਤੇ ਉਹੀ ਗੱਲ ਆ ਗਈ ਨਾ, ਸਵਾਲ ਉਹ ਪੈਦਾ ਹੋਣਾ ਕਿ ਅਸੀਂ ਇੱਕ ਪਾਸੇ ਸਰਕਾਰੀ ਮੰਡੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ, ਦੂਜੇ ਪਾਸੇ ਆਪ ਕਹਿ ਰਹੇ ਹਾਂ ਵੀ ਹੁਣ ਪ੍ਰਾਈਵੇਟ ਕੰਜ਼ਿਊਮਰ ਵਾਲੇ ਪਾਸੇ ਜਾਂ ਪ੍ਰਾਈਵੇਟ ਨਿੱਜੀਕਰਨ ਵਾਲੇ ਪਾਸੇ ਅਸੀਂ ਵਧੀਏ, ਤਾਂ ਇਹ ਉਹੀ ਚੀਜ਼ ਦਾ ਇੱਕ ਉਦਾਹਰਣ ਹੋ ਸਕਦੀ ਹੈ? ਨਹੀਂ, ਉਹ ਨਹੀਂ ਹੈਗੀ। ਇਹਦੇ ਵਿੱਚ ਤੁਸੀਂ ਗੱਲ ਧਿਆਨ ਨਾਲ ਸੁਣੋ ਕਿ ਅਸੀਂ ਜਿਹੜੇ ਫਾਰਮਰ ਨੇ ਜਿਹਦੇ ਕੋਲ ਹੁਣ ਮੰਨ ਲਓ 2 ਏਕੜ ਹੈ, ਉਹਨੂੰ ਕਹਾਂਗੇ ਭਾਈ ਤੂੰ ਜਿਹੜੀ ਸ਼ੁਰੂਆਤ ਹੈ 1 ਕਨਾਲ 2 ਕਨਾਲ ਤੋਂ ਕਰ, ਜਿਹਦੇ ਕੋਲ 5 ਏਕੜ ਹੈ ਉਹ 4 ਕਨਾਲ ਤੋਂ ਕਰੇ, ਜਿਹਦੇ ਕੋਲ 10 ਏਕੜ ਹੈ 1 ਏਕੜ ਤੋਂ ਕਰੇ। ਅਸੀਂ ਇਹ ਸ਼ੁਰੂ ਤੋਂ ਇੱਕ ਮਾਡਲ ਲੋਕਾਂ ਨੂੰ ਜਿਹੜਾ ਹੈ ਉਹ ਲੈ ਕੇ ਦਿਖਾਵਾਂਗੇ ਵੀ ਆਹ ਮਾਡਲ ਹੈ, ਤੇ ਇਸ ਹਿਸਾਬ ਦੇ ਨਾਲ ਤੁਸੀਂ ਚੱਲੋ। ਜਿਹੜੀ ਸ਼ੁਰੂਆਤ ਹੈ ਲੋਕਾਂ ਦਾ ਰੁਝਾਨ ਇਸ ਪਾਸੇ ਹੋਵੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਅੱਜ ਤੁਸੀਂ ਮਤਲਬ ਕਿ ਜਿਨਸਾਂ ਬੀਜਦੇ ਜੇ, ਜਿਸ ਤਰ੍ਹਾਂ ਹੁਣ ਬਾਸਮਤੀ ਹੈ, ਬਾਸਮਤੀ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੁੰਦਾ ਹੈ ਕਿ ਬਾਸਮਤੀ 1988 99 90 'ਚ ਇਹਦਾ 4000 ਤੋਂ ਵੀ ਵੱਧ ਰੇਟ ਤੇ ਇਹ ਵਿਕੀ।
ਉਹੀ ਬਾਸਪਤੀ ਅੱਜ ਕਿਸ ਭਾਅ ਤੇ ਵਿਕ ਰਹੀ ਆ। ਉਹਦਾ ਕਾਰਨ ਕੀ ਹੋਇਆ ਵੀ ਉਸ ਟਾਈਮ ਤੇ ਉਹ ਵਪਾਰੀ ਨੇ ਜਦੋਂ ਬਾਸਪਤੀ ਖਰੀਦੀ ਉਹਦੇ ਵਿੱਚ ਉਹਨੇ ਆਪਣੀ ਮਰਜ਼ੀ ਦੇ ਨਾਲ ਮਿਕਸਅਪ ਕਰਕੇ ਤੇ ਉਹਨੇ ਜਦੋਂ ਬਾਹਰ ਉਹ ਐਕਸਪੋਰਟ ਕੀਤੀ ਤੇ ਉੱਥੇ ਉਹ ਖਰੀਦੀ ਨਾ ਵੀ ਤੁਹਾਡਾ ਇਹ ਜਿਹੜਾ ਚਾਵਲ ਹੈ ਇਹ ਠੀਕ ਨਹੀਂ, ਕੁਆਲਿਟੀ ਠੀਕ ਨਹੀਂ। ਅੱਜ ਜਿਹੜੇ ਜਿਸ ਤਰ੍ਹਾਂ ਅਸੀਂ ਕੈਮੀਕਲਾਂ ਦੀਆਂ ਜਾਂ ਜਿਹੜੀਆਂ ਆ ਦੂਸਰੀਆਂ ਖਾਦਾਂ ਨੇ ਯੂਰੀਆ ਵਗੈਰਾ ਇਹਨਾਂ ਦੀ ਜਿੰਨੀ ਵਰਤੋਂ ਕਰ ਰਹੇ ਹਾਂ ਇਹਦੇ ਨਾਲ ਇੱਕ ਕਿਸਮ ਦਾ ਅਸੀਂ ਜਿਹੜਾ ਹੈ ਉਹ ਜ਼ਹਿਰ ਹੀ ਪੈਦਾ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਇਸ ਪਾਸੇ ਲਿਆਉਣਾ ਹੈ ਵੀ ਭਾਈ ਅੱਜ ਜਿਹੜਾ ਤੁਸੀਂ ਇਹ ਫਸਲ ਇੰਨੀ ਬੀਜ ਰਿਹਾ ਇਹ ਛੋਟੀ ਥੋੜੀ ਤੋਂ ਜਿਹੜੀ ਆ ਇਹ ਸ਼ੁਰੂਆਤ ਕਰੋ ਤੇ ਜਦੋਂ ਇਹ ਸ਼ੁਰੂਆਤ ਹੋਈ ਤੇ ਇਸ ਪਾਸੇ ਆ ਤੇ ਫਿਰ ਲੋਕ ਜਿਹੜੇ ਨੇ ਆਪਣੇ ਆਪ ਚੱਲਣਗੇ। ਅਸੀਂ ਕੰਪਨੀਆਂ ਨਹੀਂ ਤਿਆਰ ਕਰ ਰਹੇ, ਇੱਕ ਲੋਕਾਂ ਨੂੰ ਇੱਕ ਮਾਡਲ ਦੇ ਰਹੇ। ਇਹਦੇ ਦਰਮਿਆਨ ਨਾ ਕਿਸਾਨਾਂ ਦੇ ਵਿੱਚ ਵੀ ਜਾਗਰੂਕਤਾ ਫੈਲਾਉਣੀ ਉਹ ਵੀ ਬੜੀ ਜ਼ਰੂਰੀ ਹੋਗੀ। ਤੁਸੀਂ ਇਕੱਲੀ ਜਥੇਬੰਦੀ ਆਪਣੇ ਤੌਰ ਤੇ ਕੰਮ ਕਰੀ ਤੇ ਬਾਕੀ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਹੈ? ਦੇਖੋ ਬਿਲਕੁਲ ਅਸੀਂ ਹੁਣ ਸ਼ੁਰੂਆਤ ਕੀਤੀ ਹੈ। ਅਸੀਂ ਅੱਗੇ ਸੈਮੀਨਾਰ ਕਰਾਂਗੇ। ਜਿਹੜੀਆਂ ਸਾਡੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਹੀ ਜਿਹੜਾ ਸਾਡੀਆਂ ਗੈਰ ਰਾਜਨੀਤਿਕ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਸਾਡਾ ਪੂਰਾ ਆਧਾਰ ਹੈ, ਉਹਨਾਂ ਦੇ ਵਿੱਚ ਵੀ ਗੱਲ ਕਰਾਂਗੇ। ਅਸੀਂ ਪਿੰਡ ਪਿੰਡ ਤੱਕ ਅਸੀਂ ਜਥੇਬੰਦੀਆਂ ਤੋਂ ਧੜਿਆਂ ਤੋਂ ਉੱਪਰ ਉੱਠ ਕੇ ਅਸੀਂ ਨਿੱਜ ਸਵਾਰਥ ਤੋਂ ਨਿੱਜੀ ਰੋਸ ਵਿਖਾਵੇ ਜਿਹੜੇ ਸਾਡੇ ਇੱਕ ਦੂਸਰੇ ਨਾਲ ਮਤਭੇਦ ਨੇ ਉਹਨਾਂ ਨੂੰ ਇੱਕ ਪਾਸੇ ਛੱਡ ਕੇ ਅਸੀਂ ਗੱਲ ਲੋਕਾਂ ਦੀ ਕਰਨੀ ਆ, ਜਿਹਦੇ ਵਿੱਚ ਕਿਸਾਨ ਵੀ ਆਉਂਦਾ, ਖਪਤਕਾਰ ਵੀ ਆਉਂਦਾ, ਸਾਰੇ ਹੀ ਆਉਂਦੇ ਨੇ, ਮਜ਼ਦੂਰ ਵੀ ਆਉਂਦਾ। ਜੇ ਛੋਟੇ ਦੁਕਾਨਦਾਰ ਦੀ ਗੱਲ ਕਰੋ ਤੇ ਉਹ ਵੀ ਆਉਂਦਾ, ਸਾਰੇ ਲੋਕ ਟਰਾਂਸਪੋਰਟਰ ਆਉਂਦੇ ਨੇ, ਸਾਰੇ ਹੀ ਆਉਂਦੇ ਨੇ। ਉਹਦੇ ਵਿੱਚ ਤੁਸੀਂ ਪੱਤਰਕਾਰ ਵੀ ਆਓਗੇ ਕਿਉਂਕਿ ਸਾਰੇ ਜਿਹੜੇ ਖਪਤਕਾਰ ਨੇ ਜਿਹੜੀ ਚੀਜ਼ਾਂ ਨੇ ਸਾਰੇ ਹੀ ਲਾਉਣਗੇ। ਅਸੀਂ ਸਾਰਿਆਂ ਵਾਸਤੇ ਇੱਕ ਨਵਾਂ ਮਾਡਲ ਜਿਹੜਾ ਉਹ ਲੈ ਕੇ ਆ ਰਹੇ ਹਾਂ ਤੇ ਜਿਹਦੇ ਨਾਲ ਜਿਹੜੇ ਲੋਕ ਅੱਜ ਜਿਸ ਤਰ੍ਹਾਂ ਹਰ ਚੀਜ਼ ਜਿਹੜੀ ਆ ਉਹ ਜ਼ਹਿਰ ਹੀ ਇੱਕ ਕਿਸਮ ਦਾ ਜਿਹੜਾ ਉਹ ਅਸੀਂ ਖਾ ਰਹੇ ਹਾਂ। ਹੁਣ ਤੁਸੀਂ ਮਿਸਾਲ ਦੇ ਤੌਰ ਤੇ ਦੁੱਧ ਹੈ ਜਿਹੜਾ ਦੁੱਧ ਦੀ ਖਪਤ ਕਿੰਨੀ ਆ ਤੇ ਅੱਜ ਜਿਹੜਾ ਦੁੱਧ ਹੈ ਉਹਦੀ ਪੈਦਾਵਾਰ ਕਿੰਨੀ ਆ? ਅੱਜ 30-35% ਤੋਂ ਵੱਧ ਜਿਹੜਾ ਦੁੱਧ ਹੈ ਉਹ ਨਹੀਂ ਹੈਗਾ ਤੇ ਪਰ ਉਹਦੀ ਜਿਹੜੀ ਬਾਕੀ ਖਪਤ ਹੈ ਜਿਹੜਾ 60-65% ਜਿਹੜਾ ਦੁੱਧ ਹੈ ਉਹ ਸਾਰੇ ਕੈਮੀਕਲ ਆ ਤੇ ਅਸੀਂ ਇਹ ਜ਼ਹਿਰ ਹੀ ਲੈ ਰਹੇ ਹਾਂ ਨਾ। ਅਸੀਂ ਲੋਕਾਂ ਨੂੰ ਇਹ ਲਾਮਨ ਕਰਨਾ, ਲੋਕਾਂ ਨੂੰ ਸਮਝਾਉਣਾ, ਗਾਈਡਲਾਈਨ ਦੇਣੀ ਵੀ ਭਾਈ ਆਹ ਕੁਛ ਅਸੀਂ ਕਰ ਰਹੇ ਹਾਂ ਤੇ ਅਸੀਂ ਹਰ ਚੀਜ਼ ਜਿਹੜੀ ਆ ਉਹ ਅਸੀਂ ਲੋਕਾਂ ਨੂੰ ਸ਼ੁੱਧ ਜਿਹੜੀ ਚੀਜ਼ ਆ ਉਹ ਮੁਹੱਈਆ ਕਰਾਈ ਜਾਵੇ। ਡਾਕਟਰ ਸਾਹਿਬ ਇਹਦੇ ਵਿੱਚ ਇਹ ਵੀ ਚੀਜ਼ ਹੁੰਦੀ ਕਿ ਜਦੋਂ ਇਦਾਂ ਦੇ ਪ੍ਰੋਜੈਕਟ ਸ਼ੁਰੂ ਕਰ ਰਹੇ ਹੁੰਦੇ ਆ ਤਾਂ ਬਹੁਤ ਸਾਰੀਆਂ ਅੜਚਣਾਂ ਹੁੰਦੀਆਂ। ਸਰਕਾਰਾਂ ਵੀ ਆਪਣੇ ਤੌਰ ਤੇ ਆਪਣਾ ਜਿਹੜਾ ਪੈਰ ਪ੍ਰਸਾਰਦੀਆਂ ਨੇ ਉਹ ਆਪਣੇ ਤਰੀਕੇ ਨਾਲ ਚੱਲਦੀਆਂ ਨੇ। ਤੁਸੀਂ ਨਿੱਜੀ ਤੌਰ ਤੇ ਕੋਸ਼ਿਸ਼ ਕਰ ਰਹੇ ਹੋ ਕਿ ਸਰਕਾਰ ਦੇ ਨੁਮਾਇੰਦੇ ਤੱਕ ਕਦੇ ਇਦਾਂ ਦਾ ਪ੍ਰੋਜੈਕਟ ਲੈ ਕੇ ਜਾਣ ਦੀ ਜਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਹੋਈ ਕਿ ਇਦਾਂ ਦਾ ਅਸੀਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ, ਤੁਸੀਂ ਸਾਨੂੰ ਸਪੋਰਟ ਕਰੋ, ਅਸੀਂ ਇਹਨੂੰ ਪੂਰੇ ਪੰਜਾਬ 'ਚ ਲਾਗੂ ਕਰਾਂਗੇ? ਕਿਉਂਕਿ ਗੱਲ ਤਾਂ ਤੁਸੀਂ ਪੰਜਾਬ ਦੇ ਭਲੇ ਦੀ ਕਰ ਰਹੇ ਹੋ। ਦੇਖੋ ਸਰਕਾਰਾਂ ਨੇ ਕਈ ਪ੍ਰੋਜੈਕਟ ਅਨਾਉਂਸ ਕੀਤੇ ਕਿਉਂਕਿ ਹੋ ਸਕਦਾ ਮੇਰੀ ਗੱਲ ਸੁਣ ਕੇ ਕਈਆਂ ਨੂੰ ਗੁੱਸਾ ਵੀ ਲੱਗੇ ਇਸ ਚੀਜ਼ ਦਾ। ਤਕਰੀਬਨ ਕੁਝ ਲੀਡਰ ਇਦਾਂ ਦੇ ਦੇਖ ਸਕਦੇ ਆ ਜਿਹੜੇ ਟੋਟਲੀ 10 ਵੀ ਪਾਸ ਹੈ ਨਹੀਂ। ਆਪਣੇ ਪੰਜਾਬ 'ਚ ਵੀ ਦੇਖ ਲਓ, ਕੇਜਰੀਵਾਲ ਸਾਹਿਬ ਦੀ ਜਿਹੜੀ ਸਰਕਾਰ ਆ ਉਹਦੇ 'ਚ ਕਈ ਅਨਪੜ੍ਹ ਲੀਡਰ ਨੇ, ਉਹਨਾਂ ਨੂੰ ਨਹੀਂ ਸਮਝ ਆਉਂਦੀ। ਮੈਨੂੰ ਇੱਕ ਚਾਂਸ ਮਿਲਿਆ ਕਿਸੇ ਲੀਡਰ ਕੋਲ ਬੈਠਣ ਦਾ ਤੇ ਡੀਸੀ ਸਾਹਿਬ ਬੋਲਦੇ ਸੀਗੇ, ਉਹ ਇੰਗਲਿਸ਼ 'ਚ ਬੋਲਦੇ ਸੀਗੇ ਤੇ ਮੈਂ ਇਸ਼ਾਰਾ ਕਰਕੇ ਪੁੱਛਿਆ ਵੀ ਤੁਹਾਨੂੰ ਕੋਈ ਸਮਝ ਲੱਗਿਆ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਚੱਲਣ ਦਿਓ। ਇਸ ਕਰਕੇ ਇਹ ਪ੍ਰੋਜੈਕਟ ਨੂੰ ਸਮਝਣ ਦੀ ਲੋੜ ਹੈ। ਸਰਕਾਰਾਂ ਨੇ ਕੋਸ਼ਿਸ਼ਾਂ ਕਰਕੇ ਹਟ ਗਏ ਆ, ਉਹ ਥੋਪਣਾ ਚਾਹੁੰਦੇ ਸੀਗੇ ਕਾਰਪੋਰੇਟ ਹਾਊਸ। ਮੈਂ ਚਾਹ ਰਿਹਾ ਕਿ ਅਸੀਂ ਫਾਰਮਰ ਦਾ ਆਪਣਾ ਇੱਕ ਢਾਂਚਾ, ਆਪਣਾ ਕਾਰਪੋਰੇਟ ਹਾਊਸ ਫਾਰਮਰ ਦਾ ਆਪ ਤਿਆਰ ਕੀਤਾ ਜਾਵੇ। ਤਾਂ ਲੱਗਦਾ ਕਿ ਇਸ ਵਿੱਚ ਸਫਲਤਾ ਉਸ ਤਰੀਕੇ ਨਾਲ ਮਿਲੂਗੀ ਕਿਉਂਕਿ ਮੈਨੂੰ ਲੱਗਦਾ ਚੁਣੌਤੀ ਵਾਲਾ ਕੰਮ ਹੈ ਕਿਉਂਕਿ ਚਰਚਾਵਾਂ ਚੱਲਦੀਆਂ ਨੇ ਕਿ ਕਿਸਾਨਾਂ ਦੇ ਛੋਟੇ ਛੋਟੇ ਕਲਸਟਰ ਬਣਨੇ ਚਾਹੀਦੇ ਨੇ, ਉਹਨਾਂ ਦੇ ਕੋਲਡ ਸਟੋਰ ਹੋਣੇ ਚਾਹੀਦੇ ਨੇ ਤਾਂ ਜੋ ਉਹਨਾਂ ਦੀ ਫਸਲ ਜੇ ਪੈਂਡਿੰਗ ਹੋ ਜਾਵੇ, ਵਿਕੇ ਨਾ, ਤਾਂ ਉਹ ਕੋਲਡ ਸਟੋਰ 'ਚ ਰੱਖੀ ਜਾ ਸਕੇ। ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਨੇ ਤੁਹਾਡੇ? ਬਿਲਕੁਲ ਧਿਆਨ ਦੇ ਵਿੱਚ ਹੈ ਔਰ ਮੈਂ ਸਰਕਾਰ ਦਾ ਪਾਰਟ ਵੀ ਰਿਹਾ ਔਰ ਇਹਦੇ ਵਿੱਚ ਮੈਨੂੰ ਇਹ ਦੇਖਣ ਨੂੰ ਮਿਲਿਆ ਕਿ ਅਸਲੀ ਜਿਹੜੀ ਫੈਸਿਲਿਟੀ ਚਾਹੇ ਗਵਰਨਮੈਂਟ ਦੇ ਰਹੀ ਹੈ, ਸੈਂਟਰ ਗਵਰਨਮੈਂਟ ਦੇ ਰਹੀ ਹੈ, ਉਹ ਕਿਸਾਨ ਤੱਕ ਪਹੁੰਚ ਨਹੀਂ ਰਹੀ। ਸਾਨੂੰ ਨੌਲੇਜ ਹੈ ਕਿੱਥੋਂ ਫੈਸਿਲਿਟੀ ਮਿਲਣੀ, ਅਸੀਂ ਉਹ ਵੀ ਗਾਈਡ ਕਰਾਂਗੇ। ਜਿਹੜੀ ਗਵਰਨਮੈਂਟ ਦੀ ਫੈਸਿਲਿਟੀ ਹੈ ਜਾਂ ਸਬਸਿਡੀ ਹੈ ਦੈਟ ਇਜ਼ ਰਾਈਟ ਫॉर ਐਵਰੀਬਾਡੀ। ਉਹਦੇ 'ਚ ਇਹ ਨਹੀਂ ਹੈ ਵੀ ਗੈਰ ਸਰਕਾਰੀ ਹੈ ਜਾਂ ਨਾਨ ਗੈਰ ਸਰਕਾਰੀ ਹੈ। ਜਦੋਂ ਸਾਰਿਆਂ ਦੀ ਅਨਾਉਂਸ ਹੈ ਤਾਂ ਸਾਰੇ ਫਾਰਮਰਸ ਲਈ ਹੈ। ਉਹ ਜਿਹੜੀ ਹੈਗੀ ਉਹ ਵੀ ਫੈਸਿਲੀਟੇਟ ਕਰਾਂਗੇ, ਜਿਹੜੀ ਸਬਸਿਡੀ ਹੈ ਉਹ ਵੀ ਫੈਸਿਲੀਟੇਟ ਕਰਾਂਗੇ। ਇਹਦੇ ਵਿੱਚ ਹੁਣ ਜਿੰਨਾ ਵੀ ਹੈਗਾ ਲਾਈਕ ਸਰਟੀਫਿਕੇਸ਼ਨ ਆ ਆਰਗੈਨਿਕ ਦੇ ਵਿੱਚ ਉਹ ਫ੍ਰੀ ਹੈਗੀ ਆ ਗਵਰਨਮੈਂਟ ਵੱਲੋਂ, ਉਹ ਵੀ ਲਾਗੂ ਕਰਵਾਵਾਂਗੇ ਨਾਲ ਹੋ ਕੇ। ਆਖਰੀ ਸਵਾਲ ਕਿ ਕਿਸਾਨ ਤੁਹਾਡੇ ਤੱਕ ਪਹੁੰਚ ਕਿੱਦਾਂ ਕਰਨ, ਕਿਉਂਕਿ ਬਹੁਤ ਸਾਰੇ ਕਿਸਾਨ ਚਾਹੁੰਦੇ ਆ ਕਿ ਅਸੀਂ ਇਸ ਫਸਲੀ ਚੱਕਰ 'ਚੋਂ ਨਿਕਲੀਏ ਪਰ ਸਾਨੂੰ ਨਾਲ ਕੋਈ ਬਦਲ ਮਿਲੇ। ਹੁਣ ਜਦੋਂ ਬਦਲ ਦੀ ਗੱਲ ਕਰਦੇ ਤਾਂ ਮੰਡੀਕਰਨ ਬਹੁਤੀਆਂ ਫਸਲਾਂ ਦਾ ਹੈ ਨਹੀਂ ਕਿਉਂਕਿ ਅਸੀਂ ਕਣਕ ਝੋਨੇ ਤੋਂ ਇਲਾਵਾ ਹੋਰ ਕਿਸੇ ਫਸਲ ਦੀ ਗੱਲ ਕਰਦੇ ਤਾਂ ਉਹਦਾ ਮੰਡੀਕਰਨ ਉਸ ਤਰੀਕੇ ਨਾਲ ਨਹੀਂ ਹੈਗਾ ਜਾਂ ਪ੍ਰੋਡਿਊਸ ਜਿਹੜੀ ਆ ਉਸ ਤਰੀਕੇ ਨਾਲ MSP ਤੇ ਨਹੀਂ ਵਿਕਦੀ ਹੈਗੀ। ਤਾਂ ਜੇ ਕੋਈ ਚਾਹੁੰਦਾ ਹੈਗਾ ਕਿਸਾਨ ਕਿ ਤੁਹਾਡੇ ਨਾਲ ਰਾਬਤਾ ਕਰਕੇ ਅਸੀਂ ਫਸਲ ਬੀਜੀਏ, ਕਿੱਲਾ 2 ਕਿੱਲਾ ਸ਼ੁਰੂ ਕਰੀਏ, ਤਾਂ ਕਿਸ ਤਰੀਕੇ ਨਾਲ ਰਾਬਤਾ ਕਰ ਸਕਦੇ? ਦੇਖੋ ਹੁਣ ਇੱਕ ਜਨਰਲ ਟ੍ਰੈਂਡ ਆ ਗਿਆ ਹਰ ਘਰ ਦੇ ਵਿੱਚ, ਦੇਖੋਗੇ ਤੁਸੀਂ ਤੇ ਹਰ ਕੋਈ ਕਹਿੰਦਾ ਵੀ ਆਟਾ ਨਹੀਂ ਖਾਣਾ, ਗਲੂਟਨ ਹੈ, ਇਹ 'ਚ ਸ਼ੂਗਰ ਹੈ, ਸ਼ੂਗਰ ਪੈਦਾ ਹੋ ਰਹੀ ਹੈ। ਲੋਕਾਂ ਦਾ ਧਿਆਨ ਡਾਇਵਰਸ਼ਨ ਟੋਟਲੀ ਐਕਸਪੋਜ਼ਰ ਸਮਝ ਲਓ ਲੇਟ ਹੋਇਆ
ਪਰ ਅੱਛਾ ਹੋਇਆ ਹੋ ਗਿਆ। ਮਿਲਟਸ ਤੇ ਆ ਰਹੇ ਨੇ, ਰਾਗੀ ਤੇ ਆ ਰਹੇ ਨੇ, ਦੂਸਰੇ ਮਿਲਟਸ ਹੋਰ ਨੇ, ਇਹਨਾਂ ਤੇ ਆ ਰਹੇ ਨੇ। ਤੇ ਜਦੋਂ ਫਾਰਮਰ ਨੂੰ ਅਸੀਂ ਉਸ ਚੀਜ਼ 'ਚ ਲੈ ਕੇ ਜਾਈਏ, ਕਿਉਂਕਿ ਸਾਈਮਲਟੇਨੀਅਸ ਹੈ ਦੋਨੇ, ਇੱਕ ਪਾਸੇ ਪ੍ਰੋਡਕਸ਼ਨ ਸਲੋ ਆ, ਦੂਸਰੇ ਪਾਸੇ ਸੇਲ ਸਲੋ ਆ। ਜਦੋਂ ਉਹ ਇਨਕਰੇਜ ਹੋਗੀ ਤਾਂ ਸੇਲ ਵੀ ਆਪਣੀ ਇਨਕਰੀਜ਼ ਹੋ ਜਾਏਗੀ, ਕਿਉਂਕਿ ਅਸੀਂ ਸੇਲ ਕਰਨੀ ਨਹੀਂ, ਅਸੀਂ ਮਾਰਕੀਟ ਕਰਨਾ ਪ੍ਰੋਡਕਟ ਨੂੰ। ਜਦੋਂ ਮਾਰਕੀਟਿੰਗ ਦੇ ਵਿੱਚ ਅਸੀਂ ਲੈ ਜਾਾਂਗੇ ਤੇ ਹੌਲੀ ਹੌਲੀ ਇਸ ਮਾਡਲ ਨੂੰ ਇੱਕਦਮ ਐਕਸਪੈਂਡ ਕਰ ਦਾਂਗੇ। ਅਸੀਂ ਇਹ ਨਹੀਂ ਹੈ ਸਰਕਾਰਾਂ ਵਾਂਗ ਵੀ ਕਾਉਂਸਲ ਬਣਾ ਦਈਏ ਜਾਂ ਕੁਝ ਕਰ ਦਈਏ, ਕਰੋੜਸ ਆਫ ਰੁਪੀਜ਼ ਲਗਾ ਦਈਏ। ਨੋ, ਵੀ ਆਰ ਸਟਾਰਟਿੰਗ ਫਰਮ ਸਿੰਗਲ ਵਿਲੇਜ, ਫੋਲੋਡ ਬਾਈ ਸਰਕਲ, ਬਲਾਕ, ਡਿਸਟ੍ਰਿਕਟ, ਦੈਨ ਵੀ ਵਿਲ ਐਂਟਰ ਟੂ ਅਦਰ ਸਟੇਟਸ। ਠੀਕ ਹੈ, ਬਹੁਤ ਸ਼ੁਕਰੀਆ। ਕੁੱਲ ਮਿਲਾ ਕੇ ਇੱਕ ਬਦਲ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸਾਨ ਜਿਹੜੀਆਂ ਰਵਾਇਤੀ ਫਸਲਾਂ ਬੀਜ ਰਹੇ ਨੇ ਉਹਨਾਂ ਦੇ ਨਾਲ ਨਾਲ ਕੁਝ ਬਦਲ ਵੀ ਦਿੱਤਾ ਜਾਵੇ ਤਾਂ ਜੋ ਕਿਸਾਨ ਵੱਖਰੇ ਤਰੀਕੇ ਨਾਲ ਖੇਤੀ ਕਰ ਸਕਣ ਤੇ ਨਵੀਆਂ ਫਸਲਾਂ ਜਿਹੜੀਆਂ ਨੇ, ਵੱਖਰੀਆਂ ਫਸਲਾਂ ਨੇ, ਕਣਕ ਝੋਨੇ ਤੋਂ ਇਲਾਵਾ ਹੋਰ ਫਸਲਾਂ ਬੀਜ ਕੇ ਉਹਨਾਂ ਤੋਂ ਮੁਨਾਫਾ ਖੱਟ ਸਕਣ। ਤਾਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਨੇ। ਫਿਲਹਾਲ ਇਸ ਪ੍ਰੋਜੈਕਟ ਦੇ ਵਿੱਚ ਕਈ ਸ਼ੰਕੇ ਨੇ, ਕਈ ਭੇਜ ਨੇ ਕਿ ਇਹ ਚੀਜ਼ ਸਫਲ ਹੋ ਪਾਵੇਗੀ ਜਿਸ ਤਰੀਕੇ ਨਾਲ ਇਹ ਕੋਸ਼ਿਸ਼ ਕਰ ਰਹੇ ਨੇ। ਇਹਦੇ ਵਿੱਚ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਹ ਚੀਜ਼ ਸਫਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ? ਤੁਸੀਂ ਆਪਣੇ ਕਮੈਂਟ, ਆਪਣੇ ਟਿੱਪਣੀ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਸਹਿਯੋਗੀ ਲਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਮੋਹਾਲੀ।